ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਆਪਣੇ ਅਸੂਲਾਂ ਤੇ ਕਾਇਮ ਰਹਿ ਕੇ ਪ੍ਰਾਪਤ ਕੀਤੀ ਸਫਲਤਾ ਵਧੇਰੇ ਹੰਢਣਸਾਰ ਅਤੇ ਵਧੇਰੇ ਤਸੱਲੀ ਵਾਲੀ ਹੁੰਦੀ ਹੈ। ਪੜ੍ਹਿਆ ਲਿਖਿਆਂ ਵਿੱਚ ਅਗਿਆਨਤਾ ਘੱਟ ਨਹੀਂ ਹੁੰਦੀ, ਅਗਿਆਨਤਾ ਦੀ ਕਿਸਮ ਹੀ ਵੱਖਰੀ ਹੁੰਦੀ ਹੈ। ਕੁਝ ਕਰਕੇ ਪਛਤਾਉਣਾ ਕੁਝ ਨਾ ਕਰਨ ਦੇ ਪਛਤਾਵੇ ਨਾਲੋਂ ਘੱਟ ਦੁਖਦਾਈ ਹੁੰਦਾ ਹੈ। ਸਿਕੰਦਰ ਨੇ ਪੋਰਸ ਰਾਹੀਂ ਭਾਰਤ ਨੂੰ ਦੱਸਿਆ ਸੀ ਕਿ ਹਾਰਨ ਦੇ ਬਾਵਜੂਦ ਸਿਰ ਕਿਵੇਂ ਉੱਚਾ ਰੱਖਣਾ ਚਾਹੀਦਾ ਹੈ। ਪਤਨੀ ਆਪਣੇ ਪਤੀ ਦੀਆਂ ਸਾਰੀਆਂ ਆਦਤਾਂ ਬਦਲ ਕੇ ਸ਼ਿਕਾਇਤ ਕਰਦੀ ਹੈ ਕਿ ਇਹ ਹੁਣ ਪਹਿਲਾਂ ਵਰਗੇ ਨਹੀਂ ਰਹੇ। ਘਰੇਲੂ ਨੁਸਖਿਆਂ ਵਿੱਚ ਸਭ ਤੋਂ ਵਧੀਆ ਨੁਸਖਾ ਹੈ ਪ੍ਰਸੰਨ, ਸੁਘੜ, ਸਿਆਣੀ ਅਤੇ ਸਹਿਯੋਗੀ ਪਤਨੀ। ਅਨੇਕਾਂ ਰਿਸ਼ਤਿਆਂ ਵਿੱਚ ਨੇੜਤਾ ਹੁੰਦੀ ਹੈ, ਨਿੱਘ ਨਹੀਂ ਹੁੰਦੀ। ਜ਼ਿੰਦਗੀ ਨਾ ਕੇਵਲ ਤਰਕ ਨਾਲ ਚੱਲਦੀ ਹੈ, ਨਾ ਹੀ ਕੇਵਲ ਭਾਵਨਾਵਾਂ ਨਾਲ। ਇਹ ਅਕਸਰ ਭਾਵਕ ਤਰਕ ਨਾਲ ਚੱਲਦੀ ਹੈ। ਜ਼ਿੰਦਗੀ ਸੋਚੀ ਦਿਮਾਗ ਨਾਲ ਜਾਂਦੀ ਹੈ, ਪਰ ਜੀਵੀ ਦਿਲ ਨਾਲ ਜਾਂਦੀ ਹੈ। ਬੱਚਿਆਂ ਲਈ ਖੇਡਣਾ ਬੜਾ ਜ਼ਰੂਰੀ ਹੈ, ਪਰ ਖੇਡਣ ਨਾਲੋਂ ਵੀ ਉਹਨਾਂ ਵੱਲੋਂ ਸੁਪਨੇ ਵੇਖਣੇ ਵਧੇਰੇ ਜ਼ਰੂਰੀ ਹਨ। ਛੋਟਾ ਬੰਦਾ ਦੱਸੇਗਾ ਕਿ ਉਸਨੇ ਕੀ ਕੀ ਕੀਤਾ ਹੈ, ਵੱਡਾ ਬੰਦਾ ਦੱਸੇਗਾ ਕਿ ਉਸਨੂੰ ਕੀ ਕੀ ਕਰਨ ਦਾ ਵਕਤ ਹੀ ਨਹੀਂ ਮਿਲਿਆ। ਕੋਈ ਵੀ ਬੰਦਾ ਮੁਸੀਬਤਾਂ ਕਾਰਨ ਨਹੀਂ ਨਿਗਰਦਾ, ਉਹਨਾਂ ਨੂੰ ਹੱਲ ਕਰਨ ਲਈ ਲੋੜੀਂਦੀ ਹਿੰਮਤ ਦੀ ਘਾਟ ਕਾਰਨ ਨਿਗਰਦਾ ਹੈ। ਅਧਿਆਪਕ ਗਿਆਨ ਦਾ ਬੂਹਾ ਖੋਲ੍ਹਦੇ ਹਨ, ਪਰ ਪ੍ਰਵੇਸ਼ ਵਿਦਿਆਰਥੀ ਨੇ ਆਪ ਕਰਨਾ ਹੁੰਦਾ ਹੈ। ਹਰ ਕੋਈ ਆਪਣੀਆਂ ਸਮੱਸਿਆਵਾਂ ਦੇ ਬੋਝ ਨੂੰ ਹੀ ਭਾਰਾ ਸਮਝਦਾ ਹੈ। ਜਦੋਂ ਵੀ ਮੁਸ਼ਕਿਲ ਦਾ ਸਾਹਮਣਾ ਹੋਵੇ, ਯਾਦ ਰੱਖੋ ਸਾਰੇ ਸਫਲ ਵਿਅਕਤੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਖੁਸ਼ਹਾਲ ਲੋਕਾਂ ਦੇ ਜੀਵਨ ਦੀ ਸ਼ਾਨ ਮੁਸ਼ਕਿਲਾਂ ਦੀ ਦੇਣ ਹੁੰਦੀ ਹੈ। ਜਿਹੜਾ ਨਿਰੰਤਰ ਮਿਹਨਤ ਕਰਦਾ ਹੈ, ਉਸ ਨੂੰ ਇੱਕ ਦਿਨ ਅਚਾਨਕ ਸਵੇਰੇ ਸਾਰੇ ਵਧਾਈ ਦੇਣ ਆ ਰਹੇ ਹੋਣਗੇ। ਜੇਕਰ ਹਾਰ ਤੁਹਾਨੂੰ ਨਸ਼ਿਆਂ ਵੱਲ ਲੈ ਜਾਂਦੀ ਹੈ, ਤਾਂ ਸਪਸ਼ਟ ਹੈ ਕਿ ਉਸ ਕੰਮ ਨੂੰ ਤੁਸੀਂ ਪੂਰੀ ਲਗਨ ਨਾਲ ਕੀਤਾ ਹੀ ਨਹੀਂ ਸੀ। ਕੰਮ ਦੇ ਸਮੇਂ ਦੌਰਾਨ ਅਤੇ ਕੰਮ ਵਾਲੀ ਥਾਂ ਤੇ ਸ਼ਰਾਬ ਪੀਣ ਵਾਲੇ ਨਾ ਸਰੀਰ ਤੋਂ ਅੱਗੇ ਸੋਚਦੇ ਹਨ, ਨਾ ਵੇਖਦੇ ਹਨ। ਨੌਕਰ ਘੜੀ ਵੇਖ ਕੇ ਕੰਮ ਕਰਦਾ ਹੈ, ਮਾਲਕ ਕੰਮ ਕਰਕੇ ਘੜੀ ਵੇਖਦਾ ਹੈ। ਹਰ ਕਤਲ ਤੋਂ ਪਹਿਲਾਂ ਅਕਸਰ ਕਾਤਲ ਅਤੇ ਮਕਤੂਲ ਵਿਚਕਾਰ ਲੰਮਾ ਅਤੇ ਕੌੜਾ ਤਕਰਾਰ ਹੋਇਆ ਹੁੰਦਾ ਹੈ। ਹੌਸਲਾ ਨਹੀਂ ਛੱਡਣਾ ਚਾਹੀਦਾ। ਕਈ ਵਾਰ ਰਜਿੰਦਰਾ ਗੁੱਛੇ ਦੀ ਆਖਰੀ ਚਾਬੀ ਨਾਲ ਹੀ ਖੁੱਲ੍ਹਦਾ ਹੈ। ਜਿਵੇਂ ਹਰੇਕ ਛਿੱਕ ਨਾਲ ਡਾਕਟਰ ਕੋਲ ਨਹੀਂ ਜਾਣਾ ਚਾਹੀਦਾ, ਉਵੇਂ ਹੀ ਹਰੇਕ ਬੋਲ ਬੁਲਾਰੇ ਮਗਰੋਂ ਵਕੀਲ ਵੱਲ ਨਹੀਂ ਭੱਜਣਾ ਚਾਹੀਦਾ। ਵਕਤ ਹਮੇਸ਼ਾ ਰੁੱਝਿਆਂ ਕੋਲ ਹੁੰਦਾ ਹੈ, ਵਿਹਲਿਆਂ ਕੋਲ ਕਦੇ ਵਕਤ ਨਹੀਂ ਹੁੰਦਾ। ਆਪ ਕੰਮ ਕਰੋ, ਗੱਲਾਂ ਦੂਜਿਆਂ ਨੂੰ ਕਰਨ ਦਿਓ। ਮਨੁੱਖ ਦਾ ਸੁਭਾਅ ਨਹੀਂ ਬਦਲਦਾ, ਪ੍ਰਗਟਾਵੇ ਦਾ ਢੰਗ ਹੀ ਬਦਲਦਾ ਹੈ। ਜਿੱਥੇ ਮਾਲਕ ਢਿੱਲੇ ਹੋਣਗੇ, ਉੱਥੇ ਨੌਕਰ ਚੋਰ ਬਣ ਜਾਣਗੇ। ਕਿਸੇ ਵੀ ਪੱਖੋਂ ਭੁੱਖੇ ਆਦਮੀ ਕੋਲ ਕੇਵਲ ਸ਼ਿਕਾਇਤਾਂ ਹੀ ਹੁੰਦੀਆਂ ਹਨ। ਉਸ ਕੋਲ ਕਿਸੇ ਦੀ ਪ੍ਰਸ਼ੰਸਾ ਕਰਨ ਦਾ ਰੱਜ ਨਹੀਂ ਹੁੰਦਾ। ਕਵੀ ਸੰਖੇਪਤਾ ਲਈ, ਫੌਜੀ ਡਿਸਿਪਲਨ ਲਈ, ਸੰਤ ਸਹਿਣਸ਼ੀਲਤਾ ਲਈ ਅਤੇ ਦਰਵੇਸ਼ ਗਿਆਨ ਲਈ ਜਾਣੇ ਜਾਂਦੇ ਹਨ। ਜ਼ਿੰਮੇਵਾਰ ਹੋਰ ਜ਼ਿੰਮੇਵਾਰੀ ਚੁੱਕਣ ਲਈ ਹੀ ਮਿਹਨਤ ਕਰਦੇ ਹਨ। ਜਿਹੜਾ ਆਪਣੇ ਸੰਦਾਂ ਦਾ ਸਤਿਕਾਰ ਨਹੀਂ ਕਰਦਾ, ਉਹ ਚੰਗਾ ਕਾਰੀਗਰ ਤਾਂ ਹੋ ਹੀ ਨਹੀਂ ਸਕਦਾ। ਸਾਦਗੀ ਤੋਂ ਬਿਨਾਂ ਦੂਜਿਆਂ ਪ੍ਰਤੀ ਸੁਹਿਰਦਤਾ ਵਿਖਾਉਣੀ ਸੰਭਵ ਨਹੀਂ ਹੁੰਦੀ।
ਕੱਟੀ ਹੋਈ ਪਤੰਗ ਸਬੂਤੀ ਕਿਸੇ ਦੇ ਹੱਥ ਨਹੀਂ ਆਉਂਦੀ। ਜਿਸ ਤੋਂ ਆਪਣੀ ਗੱਲ ਮਨਵਾਉਣੀ ਹੋਵੇ ਪਹਿਲਾਂ ਉਸ ਨੂੰ ਰਜਾਓ। ਰੱਜੇ ਆਦਮੀ ਵਿੱਚ ਨਾ ਕਰਨ ਦੀ ਹਿੰਮਤ ਨਹੀਂ ਹੁੰਦੀ। ਜਦੋਂ ਰੱਬ ਮਿਲ ਜਾਂਦਾ ਹੈ ਤਾਂ ਕਿਸੇ ਹੋਰ ਨੂੰ ਮਿਲਣ ਦੀ ਇੱਛਾ ਹੀ ਨਹੀਂ ਰਹਿੰਦੀ। ਆਨੰਦ ਨੂੰ ਤਲਾਸ਼ੋ ਤਾਂ ਸੱਚ ਮਿਲ ਜਾਂਦਾ ਹੈ, ਸੱਚ ਨੂੰ ਲੱਭੋ ਤਾਂ ਆਨੰਦ ਮਿਲ ਜਾਂਦਾ ਹੈ। ਮਨੁੱਖ ਕੋਲ ਦੋ ਹੀ ਭਾਸ਼ਾਵਾਂ ਹਨ, ਗਣਿਤ ਦੀ ਭਾਸ਼ਾ ਅਤੇ ਪ੍ਰੇਮ ਦੀ ਭਾਸ਼ਾ, ਲੈਣ ਦੀ ਭਾਸ਼ਾ ਅਤੇ ਦੇਣ ਦੀ ਭਾਸ਼ਾ। ਜਿਉਂ ਹੀ ਕੋਈ ਪਤੰਗ ਉਡਾਉਂਦਾ ਹੈ ਤਾਂ ਅਨੇਕਾਂ ਕਾਟੀ ਮਾਰ ਵੀ ਨਾਲ ਹੀ ਤਿਆਰ ਹੋ ਜਾਂਦੇ ਹਨ। ਵਾਪਸ ਕਰਨ ਦੀ ਯੋਗਤਾ ਤੋਂ ਬਿਨਾਂ ਕਿਸੇ ਤੋਂ ਕਿਸੇ ਪ੍ਰਕਾਰ ਦਾ ਕਰਜ਼ਾ ਲੈਣਾ ਜਵਾਨ ਨੂੰ ਵੀ ਬੁੱਢਾ ਬਣਾ ਦਿੰਦਾ ਹੈ। ਮਲਾਹਾਂ ਦੀ ਸ਼ੋਹਰਤ ਤੂਫਾਨ ਉਸਾਰਦੇ ਹਨ। ਮਨੁੱਖ ਅੰਦਰਲਾ ਪ੍ਰਸ਼ਨਾਂ ਦਾ ਸ਼ੋਰ ਮਨ ਟਿਕਦਿਆਂ ਹੀ ਨਿਖਰੀ ਹੋਈ ਅਤੇ ਡੂੰਘੀ ਚੁੱਪ ਬਣ ਜਾਂਦਾ ਹੈ। ਭਾਰਤ ਨੇ 3 ਮਹਾਨ ਮਹਾਤਮਾ ਪੈਦਾ ਕੀਤੇ ਹਨ, ਬੁੱਧ ਅਤੇ ਗਾਂਧੀ। ਤੀਜੇ ਨੇ ਅਜੇ ਜਨਮ ਲੈਣਾ ਹੈ। ਕਰਜ਼ਾ ਵਾਪਸ ਕਰਨ ਵੇਲੇ ਸ਼ਿਕਾਇਤਾਂ ਨਹੀਂ ਕਰਨੀਆਂ ਚਾਹੀਦੀਆਂ, ਕਿਉਂਕਿ ਇਵੇਂ ਕਰਜ਼ੇ ਦੀ ਇੱਕ ਵੀ ਕਿਸ਼ਤ ਘਟੇਗੀ ਨਹੀਂ। ਪੱਥਰ ਕਠੋਰਤਾ ਦਾ ਆਖਰੀ ਨਮੂਨਾ ਹੈ, ਪਰ ਅਕ੍ਰਿਤ ਘਣਤਾ ਦੀ ਸੱਟ ਪੱਥਰ ਨਾਲੋਂ ਵੀ ਦੁਖਦਾਈ ਹੁੰਦੀ ਹੈ। ਗਹਿਣਿਆਂ ਵਿੱਚ ਅਧਿਕ ਦਿਲਚਸਪੀ ਲੈਣ ਵਾਲੀ ਇਸਤਰੀ ਅੰਦਰੋਂ ਕੋਝੀ ਅਤੇ ਡਰੀ ਹੋਈ ਹੁੰਦੀ ਹੈ। ਨੁਕਸਾਨ ਅਤੇ ਨਫ਼ਾ ਦੋ ਅਜਿਹੀਆਂ ਸੰਗਲੀਆਂ ਹਨ ਜਿਨ੍ਹਾਂ ਨੇ ਹਰੇਕ ਪੁਰਸ਼ ਨੂੰ ਜਕੜਿਆ ਹੋਇਆ ਹੈ। ਜਿਨ੍ਹਾਂ ਕੋਲ ਬਹੁਤ ਕੱਪੜੇ ਹੁੰਦੇ ਹਨ ਉਹ ਕੁਝ ਪਹਿਨ ਲੈਣ, ਪਰ ਫਿਰ ਵੀ ਸੋਚਦੇ ਰਹਿੰਦੇ ਹਨ ਕਿ ਇਹਨਾਂ ਦੀ ਥਾਂ ਜੇ ਉਹ ਕੱਪੜੇ ਪਹਿਨ ਲੈਂਦੇ ਤਾਂ ਵਧੇਰੇ ਢੁਕਣੇ ਸਨ। ਬੁੱਧੀਮਾਨ ਨੂੰ ਕੋਈ ਵੀ ਚੀਜ਼ ਨੁਕਸਾਨ ਨਹੀਂ ਕਰਦੀ। ਜੇ ਕੁਝ ਕਰੋਗੇ ਤਾਂ ਆਲੋਚਨਾ ਵੀ ਹੋਵੇਗੀ, ਪਰ ਆਲੋਚਨਾ ਤੋਂ ਇਹ ਸਾਬਤ ਹੋ ਜਾਵੇਗਾ ਕਿ ਤੁਸੀਂ ਕੁਝ ਕੀਤਾ ਹੈ। ਮਨੁੱਖ ਇੱਕ ਹੀ ਪਹਾੜਾ ਜਾਣਦਾ ਹੈ, ਦੁੱਗਣੇ ਦਾ। ਉਹ ਹਰ ਵੇਲੇ ਆਪਣੇ ਧਨ ਅਤੇ ਜਾਇਦਾਦ ਨੂੰ ਦੁੱਗਣਾ ਕਰਨ ਦੇ ਯਤਨ ਵਿੱਚ ਹੁੰਦਾ ਹੈ। ਅਕਲ ਜੇ ਚੁੱਪ ਰਹੇ ਤਾਂ ਹੀ ਡੂੰਘਾ ਅਹਿਸਾਸ ਬੋਲਦਾ ਹੈ। ਬੂੰਦ ਵਿੱਚ ਸਾਗਰ ਹੋਣ ਦੀ ਤਾਂਘ ਹਰੇਕ ਧਰਮ ਦਾ ਸਾਰ ਹੈ। ਗਿਆਨ ਕਠਿਨ ਹੈ, ਗਿਆਨ ਦਾ ਹੰਕਾਰ ਆਸਾਨ ਹੈ। ਗਿਆਨ ਤਾਂ ਆਉਂਦਾ ਨਹੀਂ, ਡਿਗਰੀਆਂ ਦਾ ਹੰਕਾਰ ਆ ਜਾਂਦਾ ਹੈ। ਸੁੰਦਰਤਾ ਅੱਖਾਂ ਦੀ ਭੁੱਖ ਅਤੇ ਪਿਆਰ ਦੀ ਪਿਆਸ ਲਾਹੁਣ ਲਈ ਹੁੰਦੀ ਹੈ। ਖਿਮਾ, ਪਿਆਰ ਅਤੇ ਬਰਕਤ ਪਰਮਾਤਮਾ ਦੇ ਗੁਣ ਹਨ। ਪਰਮਾਤਮਾ ਮਨੁੱਖ ਨੂੰ ਕਹਿੰਦਾ ਹੈ, ਤੂੰ ਵੀ ਕੁਝ ਕਰ, ਸਭ ਕੁਝ ਕੀਤਾ ਕਰਾਇਆ ਨਾ ਲੱਭਿਆ ਕਰ। ਹੀਣਾ ਉਸ ਨੂੰ ਕਹਿੰਦੇ ਹਨ ਜਿਹੜਾ ਆਪਣੀਆਂ ਲੋੜਾਂ ਲਈ ਉਧਾਰ ਮੰਗਦਾ ਹੈ। ਹੁਣ ਤੱਕ ਮਨੁੱਖ ਨੇ ਜਿਤਨਾ ਵੀ ਵਿਕਾਸ ਕੀਤਾ ਹੈ ਉਹ ਅਰਦਾਸਾਂ ਨਾਲ ਨਹੀਂ, ਮਿਹਨਤ ਅਤੇ ਜੱਦੋ-ਜਹਿਦ ਨਾਲ ਹੀ ਕੀਤਾ ਹੈ। ਬਹਾਦਰ ਵਿਅਕਤੀ ਚੰਚਲ ਨਹੀਂ ਹੁੰਦੇ, ਧੀਰ, ਗੰਭੀਰ ਅਤੇ ਸ਼ਾਂਤ ਹੁੰਦੇ ਹਨ। ਅੱਗੇ ਵੱਧਦੀਆਂ ਵਹੀਰਾਂ ਮੋਏ ਸਾਥੀਆਂ ਦੇ ਸਿਰਹਾਣੇ ਨਹੀਂ ਬੈਠਦੀਆਂ। ਸਮਾਧੀ ਕੀ ਹੈ? ਬੂੰਦ ਦਾ ਸਾਗਰ ਵਿੱਚ ਸਮੋ ਜਾਣਾ, ਸਾਗਰ ਦਾ ਬੂੰਦ ਵਿੱਚ ਸਮਾ ਜਾਣਾ। ਜੇ ਤੁਹਾਡੇ ਸਮਾਗਮ ਵਿੱਚ ਤੁਹਾਡੇ ਗੁਆਂਢੀ ਸ਼ਾਮਲ ਨਹੀਂ ਹੁੰਦੇ ਤਾਂ ਇਹ ਗੁਆਂਢੀਆਂ ਦਾ ਨਹੀਂ, ਤੁਹਾਡਾ ਦੋਸ਼ ਗਿਣਿਆ ਜਾਵੇਗਾ। ਵੀਰਤਾ ਦੀ ਕੋਈ ਉਦਾਹਰਨ ਕਿਸੇ ਹੋਰ ਉਦਾਹਰਨ ਨਾਲ ਨਹੀਂ ਮਿਲਦੀ। ਆਸ਼ਕ ਮਸ਼ੂਕ ਦੇ ਹਾਸਿਆਂ ਨੂੰ ਯਾਦ ਕਰਕੇ ਦਿਨ ਰਾਤ ਰੋਂਦਾ ਹੈ। ਜੇ ਸਾਡੀਆਂ ਸਾਰੀਆਂ ਅਰਦਾਸਾਂ ਮੰਨ ਲਈਆਂ ਜਾਣ ਤਾਂ ਸਾਡਾ ਆਪਣਾ ਜੀਵਨ ਨਰਕ ਹੋ ਜਾਵੇਗਾ।
ਰਾਜਨੀਤਿਕ ਸ਼ਕਤੀ ਪਿੱਛੇ ਦੌੜਨ ਵਾਲੇ ਸਫਲ ਹੋ ਕੇ ਵੀ ਡਰਦੇ ਰਹਿੰਦੇ ਹਨ। ਪ੍ਰੇਮੀਆਂ ਨੇ ਉਦਾਸੀ ਦੇ ਗਹਿਣੇ ਪਾਏ ਹੁੰਦੇ ਹਨ। ਪ੍ਰੇਮਿਕਾ ਵੱਲੋਂ ਮੁਸਕਰਾ ਕੇ ਵੇਖੇ ਜਾਣ ਤੋਂ ਪਹਿਲਾਂ ਪ੍ਰੇਮੀ ਆਮ ਜਿਹਾ ਬੰਦਾ ਹੁੰਦਾ ਹੈ। ਸਿਆਸਤ ਮਸਲਿਆਂ ਦੇ ਸਿਰ ਤੇ ਚੱਲਦੀ ਹੈ। ਜੇ ਮਸਲੇ ਨਾ ਹੋਣ ਤਾਂ ਇਹ ਉਪਜਾਏ ਜਾਂਦੇ ਹਨ। ਮਹਾਂਪੁਰਸ਼ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਲੋਕ ਆਪਣੀ ਕਲਪਨਾ ਰਾਹੀਂ ਉਸ ਨਾਲ ਕਈ ਕਥਾਵਾਂ ਜੋੜ ਲੈਂਦੇ ਹਨ। ਮੁਹੱਬਤ ਵਿੱਚ ਦਿਲ ਦੀ ਗਹਿਰਾਈ ਨੂੰ ਪੀੜਾਂ ਮਾਪਦੀਆਂ ਹਨ। ਕਈ ਵਾਰੀ ਸਾਰੀ ਦੁਨੀਆ ਤੋਂ ਵਾਕਫ ਬੰਦਾ ਆਪਣੇ ਘਰ ਦਾ ਰਾਹ ਭੁੱਲ ਜਾਂਦਾ ਹੈ। ਦਿਲ ਦਰਦ ਦਾ ਘਰ ਹੁੰਦਾ ਹੈ। ਪ੍ਰੇਮੀ ਦੀ ਆਤਮ ਕਥਾ 3 ਸ਼ਬਦਾਂ ਵਿੱਚ ਸਿਮਟੀ ਹੁੰਦੀ ਹੈ: ਦਰਦ, ਉਡੀਕ ਅਤੇ ਵਿਛੋੜਾ। ਇਸਤਰੀ ਇਤਨੀ ਮੁਹੱਬਤ ਕਰਦੀ ਹੈ ਕਿ ਪੁਰਸ਼ ਇਕੱਲਾ ਰਹਿਣ ਜੋਗਾ ਹੀ ਨਹੀਂ ਰਹਿੰਦਾ। ਕਈ ਸੋਹਣੇ, ਸਿਆਣੇ ਅਤੇ ਚੰਗੇ ਤਾਂ ਬੜੇ ਹੁੰਦੇ ਹਨ, ਪਰ ਭਰੋਸੇਯੋਗ ਨਹੀਂ ਹੁੰਦੇ। ਕਮਰੇ ਵਿੱਚ ਆਪਣੇ ਪਿਆਰੇ ਦੀ ਹਾਜ਼ਰੀ ਨਾਲ ਪਰਦਿਆਂ ਉਤਲੇ ਫੁੱਲ ਵੀ ਖੁਸ਼ਬੂ ਦੇਣ ਲੱਗ ਪੈਂਦੇ ਹਨ। ਹਾਦਸਿਆਂ ਵਿੱਚੋਂ ਗੁਜ਼ਰ ਕੇ ਕਈ ਪਾਰੇ ਵਰਗੇ ਬੰਦੇ ਸੰਗਮਰਮਰ ਬਣ ਜਾਂਦੇ ਹਨ। ਇਹ ਜੀਵਨ ਜਿਉਣ ਲਈ ਹੈ, ਹਰ ਵੇਲੇ ਮੁਕਤੀ ਦੀਆਂ ਗੱਲਾਂ ਕਰਨ ਲਈ ਨਹੀਂ। ਵਿਛੜਿਆ ਪ੍ਰੇਮੀ ਮੱਸਿਆ ਵਿੱਚੋਂ ਚੰਨ ਲੱਭਦਾ ਰਹਿੰਦਾ ਹੈ। ਸਲੀਕਾ, ਸੂਝ ਅਤੇ ਜੀਵਨ ਜਾਂਚ ਵਕਤ ਪਾ ਕੇ ਹੀ ਆਉਂਦੇ ਹਨ। ਜਿਹੜਾ ਵੀ ਹਕੂਮਤ ਦੀ ਕੁਰਸੀ ਮੱਲਦਾ ਹੈ, ਉਸ ਨੂੰ ਲਾਹੁਣ ਵਾਲੇ ਵੀ ਨਾਲ ਹੀ ਸਰਗਰਮ ਹੋ ਜਾਂਦੇ ਹਨ। ਇੱਛਾ ਅਤੇ ਔਕਾਤ ਵਿਚਕਾਰ ਫਾਸਲਾ ਕਦੇ ਨਹੀਂ ਮਿਟਦਾ। ਪਿਆਰ ਵਿੱਚ ਸਭ ਸਾਵਧਾਨੀਆਂ ਦੀਆਂ ਧੱਜੀਆਂ ਉੱਡ ਜਾਂਦੀਆਂ ਹਨ। ਉਦਾਸ ਬੰਦਿਆਂ ਵਿੱਚ ਇਖਲਾਕ ਵਧੇਰੇ ਹੁੰਦਾ ਹੈ। ਚੰਗੇ ਆਗੂ ਪੈਰੋਕਾਰ ਨਹੀਂ, ਚੰਗੇਰੇ ਆਗੂ ਉਪਜਾਉਂਦੇ ਹਨ। ਜਿੱਥੇ ਮਨੁੱਖ ਰੁਕ ਜਾਂਦਾ ਹੈ, ਵਿਕਾਸ ਦਾ ਰਸਤਾ ਉੱਥੋਂ ਹੀ ਸ਼ੁਰੂ ਹੁੰਦਾ ਹੈ। ਨੱਚਿਆ ਚਾਅ ਨਾਲ ਜਾਂਦਾ ਹੈ, ਝਾਂਜਰਾਂ ਨਾਲ ਨਹੀਂ। ਸਿੱਖ ਧਰਮ ਰਬਾਬ ਦੀ ਤਾਰ ਤੋਂ ਤੇਗ ਦੀ ਧਾਰ ਤੱਕ ਫੈਲਿਆ ਹੋਇਆ ਹੈ। ਅਨੇਕਾਂ ਬੰਦੇ ਇਸ ਸੰਸਾਰ ਵਿੱਚ ਜ਼ਿੰਦਗੀ ਦਾ ਜੁਰਮਾਨਾ ਭਰਨ ਹੀ ਆਉਂਦੇ ਹਨ। ਇਸ ਸੰਸਾਰ ਵਿੱਚ ਹਰ ਕੋਈ ਆਪਣੀ ਆਪਣੀ ਕਿਸਮਤ ਦਾ ਮਨਸੂਰ ਹੈ। ਇਸ ਸੰਸਾਰ ਵਿੱਚ ਹਰ ਕੋਈ ਆਪਣੀ ਆਪਣੀ ਕਿਸਮ ਦਾ ਮਨਸੂਰ ਹੈ। ਹਰਿਮੰਦਰ ਦੇ ਸਰੋਵਰ ਦਾ ਪਾਣੀ ਬਾਣੀ ਦਾ ਸ਼ਰਬਤ ਹੈ। ਜਿਹੜੀ ਸਫਲਤਾ ਬਿਨਾਂ ਕੋਈ ਯਤਨ ਕੀਤਿਆਂ ਮਿਲਦੀ ਹੈ, ਉਸ ਦੀ ਪੱਧਰ ਉੱਚੀ ਨਹੀਂ ਹੁੰਦੀ। ਪੁਰਸ਼ ਦੀ ਔਕਾਤ ਪਹਿਲਾਂ ਕਮੀਜ਼ ਤੋਂ ਫਿਰ ਤਮੀਜ਼ ਤੋਂ ਪਛਾਣੀ ਜਾਂਦੀ ਹੈ। ਕਿਸੇ ਵੀ ਮਾਂ ਨੇ ਆਪਣੇ ਇਕਲੌਤੇ ਬੱਚੇ ਦੀ ਮੌਤ ਮਗਰੋਂ ਚੰਨ ਦੀ ਪ੍ਰਸ਼ੰਸਾ ਨਹੀਂ ਕੀਤੀ। ਜਿਨ੍ਹਾਂ ਮਾਪਿਆਂ ਦਾ ਕੋਈ ਸ਼ੌਕ ਹੁੰਦਾ ਹੈ, ਉਹ ਬੱਚਿਆਂ ਦੇ ਬੋਝ ਨਹੀਂ ਪਾਉਂਦੇ, ਬੋਝ ਨਹੀਂ ਬਣਦੇ। ਸੱਚੀਆਂ ਪਿਆਰ ਕਹਾਣੀਆਂ ਦੇ ਕੋਈ ਅੰਤ ਨਹੀਂ ਹੁੰਦੇ। ਹੈਂਕੜ ਅਤੇ ਨਿਕੰਮਾਪਣ ਨਾਲ ਨਾਲ ਚੱਲਦੇ ਹਨ। ਜਨਮ ਅਤੇ ਮੌਤ ਜ਼ਿੰਦਗੀ ਦੇ ਸਾਜ਼ ਦੀਆਂ 2 ਤਾਰਾਂ ਹਨ, ਜਿਨ੍ਹਾਂ ਉੱਤੇ ਸੰਸਾਰ ਦਾ ਸੰਗੀਤ ਨਿਰੰਤਰ ਜਾਰੀ ਰਹਿੰਦਾ ਹੈ। ਅਜੋਕੇ ਸੰਸਾਰ ਵਿੱਚ ਕਿਸੇ ਲਈ ਵੀ ਆਪਣੇ ਸੱਭਿਆਚਾਰ ਤੱਕ ਸੀਮਤ ਹੋ ਕੇ ਜਿਉਣਾ ਸੰਭਵ ਨਹੀਂ ਰਿਹਾ। ਜਿਹੜਾ ਵਿਅਕਤੀ ਕੇਵਲ ਮਾਤ ਭਾਸ਼ਾ ਜਾਣਦਾ ਹੈ, ਅਜੋਕੇ ਸੰਸਾਰ ਦੀ ਦ੍ਰਿਸ਼ਟੀ ਤੋਂ ਉਹ ਅਨਪੜ੍ਹ ਹੈ।
ਕਿਸੇ ਸਮਾਜ ਕੋਲ ਜਿਤਨੇ ਸ਼ਕਤੀਸ਼ਾਲੀ ਸੰਚਾਰ ਸਾਧਨ ਹੋਣਗੇ, ਉਤਨਾ ਹੀ ਉਸ ਦਾ ਸੱਭਿਆਚਾਰ ਤੇਜ਼ੀ ਨਾਲ ਫੈਲੇਗਾ। ਪਛਤਾਵਾ ਸਜ਼ਾ ਨਾਲੋਂ ਵੀ ਵਧੇਰੇ ਥਕਾਊ ਹੁੰਦਾ ਹੈ। ਸਮਾਂ ਦੋ ਕਿਸਮ ਦਾ ਹੁੰਦਾ ਹੈ, ਕੰਮ ਦਾ ਸਮਾਂ ਅਤੇ ਪਿਆਰ ਦਾ ਸਮਾਂ। ਬਾਕੀ ਸਭ ਕੁਝ ਸਮੇਂ ਦੀ ਦੁਰਵਰਤੋਂ ਹੈ। ਨੱਚਦੀ ਝੂਮਦੀ ਅਕਲ ਨੂੰ ਕਲਪਨਾ ਕਹਿੰਦੇ ਹਨ। ਮਹਾਭਾਰਤ ਚੰਗੇ ਲੋਕਾਂ ਦੇ ਭੈੜੇ ਕੰਮਾਂ ਦੀ ਕਹਾਣੀ ਹੈ। ਜਿਹੜੇ ਜਾਗਦੇ ਹਨ ਉਹੀ ਜਾਗਦੇ ਹਨ, ਬਾਕੀ ਬੁਝੇ ਰਹਿੰਦੇ ਹਨ। ਸਵੇਰੇ ਜਾਗਣਾ ਜ਼ਿੰਦਗੀ ਵਿੱਚ ਅੱਗੇ ਹੋਣ ਦੀ ਸ਼ਰਤ ਹੈ। ਅੱਗੇ ਹੋਣ ਨਾਲ ਅਨੇਕਾਂ ਨਵੀਆਂ ਸੋਚਾਂ ਉਪਜਣਗੀਆਂ ਅਤੇ ਨਵੀਆਂ ਸੋਚਾਂ ਹੀ ਅੱਗੇ ਲੈ ਕੇ ਜਾਣਗੀਆਂ। ਜਿਹੜੇ ਜਾਗਦੇ ਹਨ ਉਹੀ ਜਗਦੇ ਹਨ, ਬਾਕੀ ਬੁਝੇ ਰਹਿੰਦੇ ਹਨ। ਪਰਿਵਾਰ ਆਪਸੀ ਜਿੱਦ, ਸਹਿਣਸ਼ੀਲਤਾ ਦੀ ਘਾਟ ਅਤੇ ਮਿਲਵਰਤਨ ਦੀ ਅਣਹੋਂਦ ਕਾਰਨ ਟੁੱਟ ਜਾਂਦੇ ਹਨ। ਰਾਜਨੀਤੀ ਸਵਾਰਥ ਦਾ ਅਖਾੜਾ ਹੈ, ਸੋ ਰਾਜਨੀਤੀ ਵਿੱਚ ਕਿਸੇ ਦੇ ਸਵਾਰਥ ਨੂੰ ਨਿੰਦਿਆ ਨਹੀਂ ਜਾਂਦਾ। ਭਾਸ਼ਾ ਦੀ ਸਭ ਤੋਂ ਸੁੰਦਰ ਵਰਤੋਂ ਕਵਿਤਾ ਵਿੱਚ ਹੁੰਦੀ ਹੈ। ਵਿਆਹ ਸਮੇਂ ਹਰ ਕੋਈ ਸੋਚਦਾ ਹੈ, ਵਿਆਹ ਤਾਂ ਮੇਰਾ ਹੀ ਹੋ ਰਿਹਾ ਹੈ, ਬਾਕੀ ਤਾਂ ਸਾਰੇ ਭੱਠ ਝੋਕ ਰਹੇ ਹਨ। ਮਹਾਂਪੁਰਸ਼ ਸੰਸਾਰ ਵਿੱਚ ਧੰਨਵਾਦ ਦੀ ਭਾਵਨਾ ਨਾਲ ਵਿਚਰਦੇ ਹਨ। ਕੇਵਲ ਆਪਣੇ ਆਪ ਨੂੰ ਸਹੀ ਦੱਸਣ ਵਾਲੇ ਲੋਕਾਂ ਦੀ ਕਿਸੇ ਸਮੱਸਿਆ ਨੂੰ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ। ਪੁਸਤਕਾਂ ਸਾਨੂੰ ਚੁੱਪ ਰਹਿਣ ਦਾ ਆਨੰਦ ਮਾਣਨਾ ਸਿਖਾਉਂਦੀਆਂ ਹਨ। ਇਸਤਰੀ ਸੋਚਣ ਵਾਲੇ ਪੁਰਸ਼ ਨੂੰ ਮਹਿਸੂਸ ਕਰਨਾ ਸਿਖਾਉਂਦੀ ਹੈ। ਅੱਖਾਂ ਸਾਡੀ ਸਮੁੱਚੀ ਸਿਹਤ ਦੀ ਸੂਚਨਾ ਦਿੰਦੀਆਂ ਹਨ। ਸਾਡੇ ਸੰਤੁਲਿਤ ਵਿਕਾਸ ਵਾਸਤੇ ਸੁੱਖਾਂ ਅਤੇ ਦੁੱਖਾਂ, ਜਿੱਤਾਂ ਅਤੇ ਹਾਰਾਂ ਆਦਿ ਸਭ ਅਨੁਭਵਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ। ਜੇ ਗੁੱਸੇ ਵਿੱਚ ਖਲੋਤੇ ਹੋ ਤਾਂ ਜਦੋਂ ਬੈਠੋਗੇ ਨੁਕਸਾਨ ਹੋ ਚੁੱਕਾ ਹੋਵੇਗਾ। ਤਿਤਲੀ ਦਾ ਸਾਰਾ ਗਿਆਨ ਫੁੱਲਾਂ ਬਾਰੇ ਹੁੰਦਾ ਹੈ। ਘਰ ਵਿੱਚ ਰਾਸ਼ਨ ਦੀ ਲੋੜ ਭਾਸ਼ਣ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ। ਸਜਾਵਟੀ ਚੀਜ਼ਾਂ ਆਪਣੇ ਆਪ ਵਿੱਚ ਸੋਹਣੀਆਂ ਨਹੀਂ ਹੁੰਦੀਆਂ, ਉਹਨਾਂ ਦੇ ਆਲੇ ਦੁਆਲੇ ਦਾ ਵਾਤਾਵਰਨ ਉਹਨਾਂ ਨੂੰ ਸੋਹਣਾ ਬਣਾਉਂਦਾ ਹੈ। ਕਈਆਂ ਦਾ ਬਹਾਨਾ ਉਹਨਾਂ ਦੀ ਗਲਤੀ ਨਾਲੋਂ ਵੀ ਵਧੇਰੇ ਭੈੜਾ ਹੁੰਦਾ ਹੈ। ਜਿੱਥੇ ਸਾਰੇ ਬੋਲ ਰਹੇ ਹੋਣ ਉੱਥੇ ਸੁਣ ਕੋਈ ਨਹੀਂ ਰਿਹਾ ਹੁੰਦਾ। ਫਟੇ ਹੋਏ ਕੋਟ ਨੂੰ ਸੋਨੇ ਦੇ ਬਟਨ ਨਹੀਂ ਲੱਗਦੇ। ਆਮਦਨ ਅਤੇ ਜਾਇਦਾਦ ਕਿਤਨੀ ਵੀ ਹੋਵੇ, ਖੁਸ਼ਹਾਲੀ ਬਚਤ ਨਾਲ ਹੀ ਆਵੇਗੀ। ਤਲਾਕ ਦੀ ਲੜਾਈ ਲੜੀ ਹੀ ਜਾਂਦੀ ਹੈ, ਜਿੱਤੀ ਨਹੀਂ ਜਾਂਦੀ। ਤਜਰਬੇ ਨਾਲ ਸਿਆਣਪ ਵੱਧਦੀ ਹੈ, ਪਰ ਮੂਰਖਤਾ ਘਟਦੀ ਨਹੀਂ। ਮੂਰਖਤਾ ਘਟਾਉਣ ਵਾਸਤੇ ਵੱਖਰੇ ਉਪਰਾਲੇ ਕਰਨੇ ਪੈਣਗੇ। ਜੇ ਕੋਈ ਉਦੇਸ਼ ਨਾ ਹੋਵੇ ਤਾਂ ਮਿਹਨਤ ਵਗਾਰ ਬਣ ਕੇ ਰਹਿ ਜਾਂਦੀ ਹੈ। ਸਭ ਤੋਂ ਮੁਸ਼ਕਲ ਕੰਮ ਕਿਸੇ ਦੀ ਸੋਚ ਨੂੰ ਬਦਲਣਾ ਹੁੰਦਾ ਹੈ। ਕਿਸ਼ਤਾਂ ਤੇ ਚੀਜ਼ਾਂ ਲੈਣ ਦਾ ਨੁਕਸਾਨ ਇਹ ਹੁੰਦਾ ਹੈ ਕਿ ਚੀਜ਼ ਲੈਣ ਦੀ ਖੁਸ਼ੀ ਇੱਕ ਵਾਰੀ ਹੁੰਦੀ ਹੈ, ਪਰ ਜਿਤਨੀਆਂ ਕਿਸ਼ਤਾਂ ਹੁੰਦੀਆਂ ਹਨ ਉਤਨੀ ਵਾਰੀ ਪਰੇਸ਼ਾਨੀ ਹੁੰਦੀ ਹੈ। ਜਿਸ ਦੀ ਸਿਹਤ ਚੰਗੀ ਹੈ ਉਸ ਦਾ ਹਰੇਕ ਦਿਨ ਤਿਉਹਾਰ ਹੈ। ਮੰਗਵੇਂ ਗਹਿਣੇ ਭਾਰੇ ਲੱਗਦੇ ਹਨ, ਕਿਉਂਕਿ ਉਹਨਾਂ ਵਿੱਚ ਗੁੰਮ ਜਾਣ ਦੇ ਡਰ ਦਾ ਬੋਝ ਵੀ ਹੁੰਦਾ ਹੈ। ਮਾਰੂਥਲਾਂ ਕੋਲ ਬਰਫ਼ਾਂ ਦਾ ਗਿਆਨ ਨਹੀਂ ਹੁੰਦਾ। ਜਿੱਥੇ ਸਾਰੇ ਬਾਂਗ ਦੇਣ ਵਾਲੇ ਹੋਣ ਉੱਥੇ ਰਾਤ ਪੈਂਦੀ ਹੀ ਨਹੀਂ। ਕਾਂ ਕਿਧਰੇ ਵੀ ਹੋਵੇ ਉਸ ਦਾ ਰੰਗ ਕਾਲਾ ਹੀ ਹੁੰਦਾ ਹੈ। ਇਸ ਸੰਸਾਰ ਵਿੱਚ ਹਰ ਕੋਈ ਵਿਸ਼ੇਸ਼ ਅਤੇ ਵਿਲੱਖਣ ਹੈ, ਪਰ ਹਰ ਕੋਈ ਕਿਸੇ ਹੋਰ ਵਰਗਾ ਸਧਾਰਨ ਬਣਨ ਦੀ ਜਿੱਦ ਕਰ ਰਿਹਾ ਹੈ। ਥਾਣੇਦਾਰ ਦਾ ਡੰਡਾ ਵੇਖ ਕੇ ਚੋਰ ਦੇ ਉੱਤਰ ਸੰਖੇਪ ਹੋ ਜਾਂਦੇ ਹਨ।
ਕਿਸੇ ਮਨੋਰੰਜਨ ਨੂੰ ਮੁਫਤ ਮੰਨਣ ਵਾਲੇ ਸਭ ਤੋਂ ਵੱਧ ਸ਼ਿਕਾਇਤਾਂ ਕਰਦੇ ਹਨ। ਦ੍ਰਿਸ਼ਟੀ ਵਿਸ਼ਾਲ ਹੋਣ ਨਾਲ ਬੁੱਧੀ ਵਿੱਚ ਸਭ ਵਿਰੋਧਾਂ ਦੇ ਬੈਠਣ ਲਈ ਥਾਂ ਬਣ ਜਾਂਦੀ ਹੈ। ਰਿਸ਼ੀ ਪਹਾੜਾਂ ਵਿੱਚ ਲੁਕਣ ਨਹੀਂ ਸਨ ਗਏ। ਪਹਾੜ ਉਹਨਾਂ ਦੀ ਪਾਠਸ਼ਾਲਾ ਸਨ, ਜਿੱਥੇ ਉਹਨਾਂ ਨੇ ਚਿੰਤਨ ਕਰਕੇ ਆਤਮਕ ਪ੍ਰਯੋਗ ਕੀਤੇ। ਸਿਆਣਾ ਤਾਂ ਸਾਨੂੰ ਮੁਸ਼ਕਲਾਂ ਬਣਾਉਂਦੀਆਂ ਹਨ, ਪਰ ਖੁਸ਼ਹਾਲੀ ਮਿਹਨਤ ਨਾਲ ਹੀ ਆਉਂਦੀ ਹੈ। ਆਪਣੇ ਕਰਤੱਵ ਦਾ ਪਾਲਣ ਕਰਨ ਵਾਲਾ ਵਿਅਕਤੀ ਕਦੇ ਅਸੰਤੁਸ਼ਟ ਜਾਂ ਪਰੇਸ਼ਾਨ ਨਹੀਂ ਹੁੰਦਾ। ਜੇ ਭੁੱਖ ਲੱਗੀ ਹੋਵੇ ਤਾਂ ਵਿਰੋਧਤਾ ਕਰਨ ਦੀ ਹਿੰਮਤ ਨਹੀਂ ਹੁੰਦੀ, ਪਰ ਜੇ ਬਹੁਤ ਭੁੱਖ ਲੱਗੀ ਹੋਵੇ ਤਾਂ ਵਿਰੋਧਤਾ ਹੀ ਨਹੀਂ, ਹਿੰਸਾ ਵੀ ਹੋਵੇਗੀ। ਸਿਆਣਿਆਂ ਨੂੰ ਸਲਾਹ ਦੀ ਲੋੜ ਨਹੀਂ ਹੁੰਦੀ, ਮੂਰਖ ਇਸ ਦੀ ਵਰਤੋਂ ਨਹੀਂ ਕਰਦੇ। ਆਪਣੇ ਆਪ ਨੂੰ ਮਰਿਆਦਾ ਵਿੱਚ ਬੰਨ੍ਹਣ ਨਾਲ ਦੂਜਿਆਂ ਨੂੰ ਪ੍ਰਸੰਨਤਾ ਅਤੇ ਆਪਣੇ ਆਪ ਨੂੰ ਸ਼ਾਂਤੀ ਮਿਲਦੀ ਹੈ। ਇੱਕਦਮ ਚੰਗਾ ਜਾਂ ਭੈੜਾ ਬਣਨਾ ਸੰਭਵ ਨਹੀਂ ਹੁੰਦਾ। ਹਰ ਆਦਤ ਨੂੰ ਵਕਤ ਲੱਗਦਾ ਹੈ। ਕਾਰਜ ਕੋਈ ਹੋਵੇ, ਠੀਕ ਢੰਗ ਇੱਕ ਹੀ ਹੁੰਦਾ ਹੈ, ਗਲਤ ਢੰਗ ਅਨੇਕਾਂ ਹੁੰਦੇ ਹਨ। ਪ੍ਰੇਮ ਵਿਆਹ ਕਰਾਉਣ ਵਾਲੇ ਪ੍ਰੇਮੀ ਜਾਂ ਤਾਂ ਆਪਣੇ ਵਿਆਹ ਦਾ ਬਹੁਤ ਅਧਿਕ ਮਾਣ ਕਰਦੇ ਹਨ ਜਾਂ ਆਪਣੇ ਵਿਆਹ ਤੇ ਸ਼ਰਮਸਾਰ ਹੁੰਦੇ ਰਹਿੰਦੇ ਹਨ। ਉਹਨਾਂ ਵਿੱਚ ਸੰਤੁਲਨ ਨਹੀਂ ਹੁੰਦਾ। ਚੰਗੇ ਭਲੇ ਲੋਕ ਜ਼ਿੰਦਗੀ ਵਿੱਚ ਅਕਸਰ ਇਸ ਲਈ ਗੁਆਚ ਜਾਂਦੇ ਹਨ ਕਿਉਂਕਿ ਉਹ ਸਮੇਂ ਸਿਰ ਨਾ ਕਹਿਣ ਦੀ ਦਲੇਰੀ ਨਾ ਵਿਖਾ ਸਕੇ। ਮਨ ਦੀ ਗੱਲ ਜਿਤਨੇ ਵਿਸਥਾਰ ਵਿੱਚ ਬੁੱਧ ਨੇ ਕੀਤੀ ਹੈ, ਕਿਸੇ ਨੇ ਨਹੀਂ ਕੀਤੀ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।